ਪ੍ਰਾਈਮ ਏਸ਼ੀਆ ਦੇਖ ਰਹੇ ਸਾਡੇ ਸਾਰੇ ਹੀ ਆਪਣਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਜੀ। ਮੈਂ ਨਵਦੀਪ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਕੈਨੇਡਾ ਦੇ ਵਿੱਚ ਕਿਹੜੀਆਂ ਅਪਡੇਟਸ ਆਉਂਦੀਆਂ ਨੇ, ਕਿਸੇ ਮਾਹਿਰ ਮਹਿਮਾਨ ਨੂੰ ਸਟੂਡੀਓ ਦੇ ਵਿੱਚ ਬੁਲਾ ਕੇ ਉਹਦੀਆਂ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਰੀਸੈਂਟਲੀ ਹੁਣ ਜਿੱਦਾਂ ਆਪਾਂ ਜਾਣਦੇ ਹਾਂ ਕਿ ਨਿਊ ਈਅਰ ਆ ਗਿਆ, 2021 ਆ ਗਿਆ, 2021 ਦੀਆਂ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਕਿਹੜੀਆਂ ਅਪਡੇਟਸ ਨੇ, ਕੀ ਬਦਲਾਵ ਜਾਂ ਚੇਂਜਸ ਹੋ ਰਹੀਆਂ ਨੇ, ਕਿਹੜੀਆਂ ਐਪਲੀਕੇਸ਼ਨਸ ਖੁੱਲ ਰਹੀਆਂ ਨੇ, ਉਸ ਬਾਰੇ ਜਾਣਕਾਰੀ ਸਾਨੂੰ ਦੇਣਗੇ ਹਰਮੀਤ ਬਮਰਾ ਜੀ ਸਕਾਈ ਬੀਟ ਇਮੀਗ੍ਰੇਸ਼ਨ ਤੋਂ। बहुत-बहुत स्वागत है हरमीत जी प्रोग्राम विच। थैंक यू वेरी मच नवदीप जी फॉर हैविंग अस वंस अगेन इन योर शो एंड मेरे वालों प्राइम एशिया दी सारी टीम एंड व्यूअर्स नो हैप्पी न्यू ईयर जी। तुहानू भी हैप्पी न्यू ईयर जी प्राइम एशिया दी पूरी टीम वालों। सब तो पहला सवाल है ग्रैंड पेरेंट्स ते पेरेंट्स दे नाल संबंधित 2020 ਦੀਆਂ ਜਿਹੜੀਆਂ ਐਪਲੀਕੇਸ਼ਨ ਸੀ ਪਿਛਲੇ ਸਾਲ ਦੇ ਅੰਤ ਤੱਕ ਉਹ ਬੰਦ ਹੋ ਗਈਆਂ ਸੀ ਕਿਉਂਕਿ 10000 ਦਾ ਜਿਹੜਾ ਕੋਟਾ ਸੀ ਉਹ ਪੂਰਾ ਹੋ ਚੁੱਕਾ ਸੀ ਐਪਲੀਕੇਸ਼ਨਸ ਦਾ। ਤੇ ਇਸ ਸਾਲ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਖੁੱਲ ਚੁੱਕੀਆਂ ਨੇ ਜਾਂ ਖੁੱਲਣਗੀਆਂ, ਕੀ ਅਪਡੇਟ ਹੈ ਇਹਦੇ ਬਾਰੇ? ਜੀ ਸਭ ਤੋਂ ਪਹਿਲਾਂ ਤੇ ਜਿਹੜਾ 2020 ਦਾ 10000 ਦਾ ਕੋਟਾ ਸੀਗਾ ਉਹਦੇ ਵਿੱਚ ਅਪਡੇਸ਼ਨ ਆ ਗਈ ਹੈ ਕਿ 5th ਆਫ ਜਨਵਰੀ ਤੋਂ ਜਿਹੜੀ ਵੀ ਫੈਮਿਲੀਜ਼ ਨੂੰ ਇਨਵੀਟੇਸ਼ਨਸ ਮਿਲਨੇ ਸੀ ਉਹ ਉਹਨਾਂ ਨੂੰ ਈਮੇਲ ਦੇ ਥਰੂ ਆਣੇ ਸ਼ੁਰੂ ਹੋ ਗਏ ਨੇ। ਸੋ ਉਹਦੇ ਵਿੱਚ ਉਹਨਾਂ ਦਾ ਐਪਲੀਕੇਸ਼ਨ ਨੰਬਰ ਹੋਏਗਾ ਐਂਡ ਫਰਦਰ ਪ੍ਰੋਸੀਜਰ ਹੋਏਗਾ किस तरह उन्होंने वो प्रोसीजर फॉलो करके अपनी सारी डिटेल्ड एप्लीकेशन सबमिट करनी है विदिन 60 डेज। बट ਜਿਹੜੀਆਂ 2021 ਦੀਆਂ ਐਪਲੀਕੇਸ਼ਨਸ ਦਾ ਇਨਟੇਕ ਹੈ ਜਿਹਦੇ ਵਿੱਚ ਕਿ 30,000 ਐਪਲੀਕੇਸ਼ਨਸ ਲਿੱਤੀਆਂ ਜਾਣਗੀਆਂ ਉਹਦੇ ਰਿਗਾਰਡਿੰਗ ਅਜੇ ਕੋਈ ਅਪਡੇਸ਼ਨ ਨਹੀਂ ਹੈ ਬਟ ਸਟਿਲ ਵਿਦਿਨ ਫਿਊ ਵੀਕਸ ਆਪਾਂ ਨੂੰ ਉਹਦੇ ਰਿਗਾਰਡਿੰਗ ਵੀ ਕੋਈ ਨਿਊ ਇਨਫੋਰਮੇਸ਼ਨ ਜਿਹੜੀ ਉਹ ਮਿਲੇਗੀ ਜੀ। ਤੇ ਹਰਮੀਤ ਜੀ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਐਪਲੀਕੈਂਟਸ ਨੇ ਉਹਨਾਂ ਨੂੰ ਈਮੇਲ ਦੇ ਜ਼ਰੀਏ ਨੋਟੀਫਿਕੇਸ਼ਨ ਜਾਣੀਆਂ ਸ਼ੁਰੂ 5 ਜਨਵਰੀ ਤੋਂ ਹੋ ਗਈਆਂ ਨੇ। ਹਾਂਜੀ। ਸੋ ਇਹ ਜਿਹੜੇ ਐਪਲੀਕੈਂਟਸ ਨੇ ਉਹ ਜਾਨੀ ਪੂਲ ਦੇ ਵਿੱਚ ਐਂਟਰ ਕਿੱਦਾਂ ਹੁੰਦੇ ਨੇ ਕਿ ਉਹ ਆਪਣਾ ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਉਹ ਕਿਵੇਂ ਉਹ ਜ਼ਾਹਿਰ ਕਰਦੇ ਨੇ? ਪਹਿਲਾ ਸਟੈਪ ਕੀ ਹੈ? ਹਾਂਜੀ, ਜਿਸ ਤਰ੍ਹਾਂ ਕਿ ਜਦੋਂ ਆਪਾਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਸਬਮਿਟ ਕਰਨੀ ਹੁੰਦੀ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਜਿਸ ਤਰ੍ਹਾਂ 2021 ਵਿੱਚ ਰੈਂਡਮ ਸਿਲੈਕਸ਼ਨ ਹੋਣੀ ਸੀ ਸੋ ਉਹਦੇ ਲਈ ਉਹਨਾਂ ਨੇ ਅਕਤੂਬਰ ਤੋਂ ਨਵੰਬਰ ਦੇ ਵਿੱਚ ਫॉर ਫਿਊ ਡੇਜ਼ ਦੇ ਲਈ ਆਲਮੋਸਟ 15 ਡੇਜ਼ ਦੇ ਲਈ ਉਹਨਾਂ ਨੇ ਐਪਲੀਕੇਸ਼ਨ ਇਨਟੇਕ ਜਿਹੜਾ ਸੀ ਲੈਣਾ ਸ਼ੁਰੂ ਕਰਨਾ ਸੀ ਜਿਹਦੇ ਵਿੱਚ ਕਿ ਜਿਹੜੇ ਐਲੀਜੀਬਲ ਫੈਮਿਲੀਜ਼ ਨੇ ਜਿਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਸਬਮਿਟ ਕਰਨੀ ਹੈ ਜੇ ਉਹ ਫੈਮਿਲੀਜ਼ ਪ੍ਰੀਵੀਅਸ 3 ਇਅਰਸ ਦੀ ਇਨਕਮ ਰਿਕੁਆਇਰਮੈਂਟ ਨੂੰ ਫੁਲਫਿਲ ਕਰਦੇ ਨੇ ਤੇ ਉਹ ਆਪਣੇ ਪੇਰੈਂਟਸ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਈ ਨੋਟੀਫਿਕੇਸ਼ਨ ਆਫ ਇੰਟਰਸਟ ਦਾ ਇੱਕ ਫਾਰਮ ਹੈ ਜਿਹੜਾ ਕਿ ਇੱਕ ਵੈਰੀ ਲਾਈਕ ਬਰੀਫ ਫਾਰਮ ਹੈ ਜਿਹਦੇ ਵਿੱਚ ਤੁਹਾਡੀ ਬੇਸਿਕ ਇਨਫੋਰਮੇਸ਼ਨ ਜਾਣੀ ਹੈ ਉਹਨੂੰ ਸਬਮਿਟ ਕਰਦੇ ਆ ਤੇ ਜਿਹੜੇ ਸਕਸੈਸਫੁਲ ਕੈਂਡੀਡੇਟਸ ਆ ਉਹਨਾਂ ਨੂੰ ਫਿਰ ਰੈਂਡਮਲੀ ਇਹਨਾਂ ਨੇ ਸਿਲੈਕਟ ਕਰਨਾ ਸੀ। ਸੋ 2021 ਦੇ ਵਿੱਚ ਵੀ ਉਹ ਰੈਂਡਮਲੀ ਹੀ ਸਿਲੈਕਟ ਕਰਨਗੇ। ਫਿਰ ਫਰਦਰ ਜਿਹੜੀ ਹੋਊਗੀ ਪਰਮਾਨੈਂਟ ਰੈਜ਼ੀਡੈਂਸੀ ਦੀ ਜਿਹੜੀ ਐਪਲੀਕੇਸ਼ਨ ਆ ਜਿਹਦੇ ਵਿੱਚ ਕਿ ਉਹਨਾਂ ਦੀ ਸਾਰੀਆਂ ਡਿਟੇਲ ਫੈਮਿਲੀ ਇਨਫੋਰਮੇਸ਼ਨ ਦੇ ਸਾਰੇ ਇਨਫੋਰਮੇਸ਼ਨ ਐਂਡ ਇਸ ਤੋਂ ਇਲਾਵਾ ਜਿਹੜੇ ਇੱਥੇ ਉਹਨਾਂ ਦੇ ਬੱਚੇ ਆ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਉਹਨਾਂ ਦੀਆਂ ਇਨਕਮ ਐਲੀਜੀਬਿਲਿਟੀ ਰਿਕੁਆਇਰਮੈਂਟਸ ਦੇ ਡਾਕੂਮੈਂਟਸ ਵਗੈਰਾ ਸਾਰੇ ਸਬਮਿਟ ਹੋਣਗੇ। ਜੀ, ਜਿਵੇਂ ਤੁਸੀਂ ਦੱਸਿਆ ਕਿ ਐਲੀਜੀਬਿਲਿਟੀ ਬੇਸਡ ਹੈ, ਉਹਨਾਂ ਦੀ ਐਲੀਜੀਬਿਲਿਟੀ ਨੂੰ ਚੈੱਕ ਕੀਤਾ ਜਾਂਦਾ ਹੈ ਫਿਰ ਉਹਨਾਂ ਨੂੰ ਇਨਵੀਟੇਸ਼ਨ ਜਿਹੜਾ ਹੈ ਉਹ ਭੇਜਿਆ ਜਾਂਦਾ ਹੈ। ਪਰ ਆਈਟੀਏ ਦੇ ਲਈ ਇਨਵੀਟੇਸ਼ਨ ਟੂ ਅਪਲਾਈ ਦੇ ਲਈ ਜਿਹੜੇ ਐਲੀਜੀਬਲ ਨਹੀਂ ਨੇ ਪੇਰੈਂਟਸ ਗ੍ਰੈਂਡ ਪੇਰੈਂਟਸ ਉਹਨਾਂ ਕੋਲ ਕੀ ਆਪਸ਼ਨ ਬਚਦਾ ਹੈ? ਦੇਖੋ, ਜੇ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕ ਤਾਂ ਆਪਸ਼ਨ ਹੈ ਕਿ ਤੁਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਉਹਨਾਂ ਲਈ ਸਬਮਿਟ ਕਰ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੇਰੈਂਟਸ ਜਿਹੜੇ ਆ ਤੁਹਾਡੇ ਕੋਲ ਲੌਂਗ ਟਰਮ ਦੇ ਲਈ ਇੱਥੇ ਸਟੇ ਕਰਨ ਤੇ ਉਹਦੇ ਲਈ ਹੈ ਕਿ ਸੁਪਰ ਵੀਜ਼ਾ ਦੀ ਅਨਦਰ ਆਪਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਤੁਸੀਂ 1 ਸਾਲ ਦੀ ਜੇ ਇਨਕਮ ਪ੍ਰੀਵੀਅਸ ਸੈਟੀਸਫਾਈ ਕਰ ਰਹੇ ਹੋ ਗਵਰਨਮੈਂਟ ਆਫ ਕੈਨੇਡਾ ਜਿਹੜੀ ਹੈ ਹਰ ਸਾਲ ਇੱਕ ਲੋ ਇਨਕਮ ਕੱਟ ਆਫ ਜਿਹਨੂੰ ਕਿ ਲੀਕੋ ਕਹਿੰਦੇ ਆ ਉਹਦਾ ਇੱਕ ਚਾਰਟ ਇੰਟਰੋਡਿਊਸ ਕਰਦੀ ਹੈ। ਸੋ ਉਹਦੇ ਅਕੋਰਡਿੰਗ ਜੋ ਤੁਹਾਡਾ ਫੈਮਿਲੀ ਸਾਈਜ਼ ਹੈ ਤੁਸੀਂ ਫੈਮਿਲੀ ਸਾਈਜ਼ ਦੇ ਅਕੋਰਡਿੰਗ ਇਨਕਮ ਨੂੰ ਸੈਟੀਸਫਾਈ ਕਰ ਰਹੇ ਹੋ ਤਾਂ ਤੁਸੀਂ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਇੱਕ ਟਾਈਮ ਤੇ 2 ਸਾਲ ਦੇ ਲਈ ਇੱਥੇ ਰਹਿ ਸਕਦੇ ਆ ਤੇ ਉਹ ਵੀਜ਼ਾ ਵੀ ਫਰਦਰ ਐਕਸਟੈਂਡੇਬਲ ਹੈ। ਐਂਡ ਲੈਟਸ ਸੇ ਕਿ ਅਗਰ ਤੁਹਾਡੇ ਪੇਰੈਂਟਸ ਜਿਹੜੇ ਆ ਉਹ ਤੁਹਾਡੇ ਕੋਲ ਤੁਸੀਂ ਇੱਕ ਵਾਰੀ 2 ਵਾਰੀ ਜਾਂ ਫਰਦਰ ਉਹਨੂੰ ਐਕਸਟੈਂਡ ਕਰਵਾ ਲਿਆ ਸੁਪਰ ਵੀਜ਼ਾ ਦੇ ਉੱਪਰ ਵੀ ਐਂਡ ਮੋਰਓਵਰ ਅਗਰ ਤੁਸੀਂ ਪਿਛਲੇ 3 ਸਾਲਾਂ ਵਿੱਚੋਂ ਕਿਸੇ ਇੱਕ ਸਾਲ ਦੇ ਵਿੱਚ ਮਾਈਨਰ ਇਨਕਮ ਦੇ ਨਾਲ ਤੁਸੀਂ ਨਹੀਂ ਸੈਟੀਸਫਾਈ ਕਰ ਰਹੇ ਜਾਂ ਤੁਹਾਡੇ ਪੇਰੈਂਟਸ ਪਿੱਛੇ ਬੈਕ ਹੋਮ ਇਕੱਲੇ ਹੈ ਉਹਨਾਂ ਦੀ ਟੇਕ ਕੇਅਰ ਕਰਨ ਵਾਲਾ ਕੋਈ ਨਹੀਂ ਹੈ ਉਹਨਾਂ ਦਾ ਹੋਰ ਕੋਈ ਅਦਰ ਕੋਈ ਡਿਪੈਂਡੈਂਟ ਬੱਚਾ ਨਹੀਂ ਹੈ ਜਾਂ ਕੋਈ ਹੋਰ ਫੈਮਿਲੀ ਮੈਂਬਰ ਨਹੀਂ ਹੈ ਤਾਂ ਉਹਦੇ ਲਈ ਇੱਕ ਵਧੀਆ ਆਪਸ਼ਨ ਹੈ ਕਿ HNC ਦੀ ਐਪਲੀਕੇਸ਼ਨ ਸਬਮਿਟ ਕੀਤੀ ਜਾਵੇ। HNC ਮਤਲਬ ਕਿ ਹਿਊਮੈਨੀਟੇਰੀਅਨ ਕੰਪੈਸ਼ਨੇਟ ਰੀਜ਼ਨ ਤੇ ਆਪਾਂ ਪੇਰੈਂਟਸ ਦੀ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹਾਂ ਜਿਹਦੇ 'ਚ ਕਾਫੀ ਹਾਈ ਸਕਸੈਸ ਰੇਟਸ ਵੀ ਨੇ। ਜੀ, ਇਹ ਤਾਂ ਹੋਈ ਸੁਪਰ ਵੀਜ਼ਾ ਦੀ। ਅਗਰ ਕਿਸੇ ਨੂੰ ਸੁਪਰ ਵੀਜ਼ਾ ਮਿਲ ਜਾਂਦਾ ਹੈ ਉਸ ਤੋਂ ਬਾਅਦ PR ਵੀ ਲੱਗ ਸਕਦੀ ਹੈ ਪੇਰੈਂਟਸ ਦੀ? ਹਾਂਜੀ, ਜੇ ਤੁਹਾਡੇ ਪੇਰੈਂਟਸ ਇੱਥੇ ਸੁਪਰ ਵੀਜ਼ਾ ਤੇ ਵੀ ਨੇ ਤੇ ਸਟਿਲ ਅਸੀਂ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹਾਂ। ਉਹਦੇ ਲਈ ਸਾਨੂੰ ਇੱਥੇ ਫੈਮਿਲੀ ਜਿਹੜੀ ਵੀ ਸਪਾਂਸਰ ਕਰ ਰਹੀ ਹੈ ਆਪਣੇ ਪੇਰੈਂਟਸ ਨੂੰ ਆਪਣੇ ਪੇਰੈਂਟਸ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਸਬਮਿਟ ਕਰ ਰਹੀ ਹੈ ਤਾਂ ਉਹਦੇ ਲਈ ਉਹ ਇਨਕਮ ਜਿਹੜੀ ਹੈ ਉਸ ਕ੍ਰਾਈਟੇਰੀਆ ਨੂੰ ਫੁਲਫਿਲ ਕਰਦੀ ਹੈ ਤੇ ਉਹ
ਡੈਫੀਨਿਟਲੀ ਕਰ ਸਕਦੀ ਹੈ। ਜੀ ਸੁਪਰ ਵੀਜ਼ਾ ਤੋਂ ਇਲਾਵਾ ਤੁਸੀਂ ਦੱਸਿਆ ਕਿ ਆਪਾਂ ਐਜ਼ ਅ ਵਿਜ਼ਿਟਰ ਵੀ ਉਹਨਾਂ ਨੂੰ ਸਪਾਂਸਰ ਕਰਕੇ ਆਪਣੇ ਕੋਲ ਬੁਲਾ ਸਕਦੇ ਹਾਂ। ਹਾਂਜੀ। ਉਹਦੇ ਲਈ ਵੀ ਕੋਈ ਟੈਕਸ ਫਾਈਲ ਕਰਨ ਦੇ ਮਤਲਬ ਲਿਮਿਟ ਹੈ, ਜਾਂ ਉਹ ਅਗਰ ਕੋਈ ਨਵਾਂ ਬੰਦਾ ਆਇਆ ਹੈ ਹਜੇ ਉਹਨੇ ਟੈਕਸ ਨਹੀਂ ਫਾਈਲ ਕੀਤਾ, ਉਹ ਸਪਾਂਸਰ ਕਰ ਸਕਦਾ ਹੈ ਕਿ ਉਹ ਫਾਈਨੈਂਸ਼ੀਅਲ ਈਅਰ ਤੋਂ ਬਾਅਦ ਹੀ ਕਰ ਸਕਦਾ ਹੈ? ਨਹੀਂ, ਜੇ ਵਿਜ਼ਿਟਰ ਦੀ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀ ਹੈ ਤੇ ਉਹਦੇ ਲਈ ਇਦਾਂ ਨਹੀਂ ਹੈ ਕਿ ਤੁਸੀਂ ਟੈਕਸ ਫਾਈਲ ਹੀ ਕੀਤਾ ਹੋਵੇ, ਬਟ ਡੈਫੀਨੇਟਲੀ ਤੁਸੀਂ ਜਦੋਂ ਕਿਸੇ ਵੀ ਆਪਣੇ ਫੈਮਿਲੀ ਮੈਂਬਰ ਨੂੰ ਇਨਵੀਟੇਸ਼ਨ ਭੇਜਦੇ ਹੋ, ਠੀਕ ਹੈ, ਤੇ ਉਹਦੇ ਵਿੱਚ ਤੁਸੀਂ ਇਹ ਚੀਜ਼ ਮੈਂਸ਼ਨ ਕਰਦੇ ਹੋ ਕਿ ਤੁਸੀਂ ਉਹਨਾਂ ਦੇ ਜਿਹੜੇ ਅਕਮੋਡੇਸ਼ਨ ਚਾਰजेस ਆ ਜਾਂ ਉਹਨਾਂ ਦਾ ਖਰਚਾ ਐਕਸਪੈਂਸ ਆ, ਤੁਸੀਂ ਤੁਹਾਡੇ ਕੋਲ ਐਨੇ ਫਾਈਨੈਂਸ਼ੀਅਲੀ ਤੁਸੀਂ ਸਾਊਂਡ ਹੈਗੇ ਹੋ ਕਿ ਤੁਸੀਂ ਬੀਅਰ ਕਰ ਸਕਦੇ ਹੋ, ਬਟ ਉਹਦੇ ਵਿੱਚ ਕੋਈ ਟੈਕਸ ਫਾਈਲ ਕਰਨ ਦੀ ਰਿਕੁਆਇਰਮੈਂਟ ਨਹੀਂ ਹੈ ਜੇ ਤੁਸੀਂ ਵਿਜ਼ਿਟਰ ਵੀਜ਼ਾ ਦੀ ਐਪਲੀਕੇਸ਼ਨ। ਫਾਈਨੈਂਸ਼ੀਅਲੀ ਸਟਰੋਂਗ ਹੋਣਾ ਚਾਹੀਦਾ। ਹਾਂਜੀ, ਡੈਫੀਨੇਟਲੀ ਜਿਹੜਾ ਬੰਦਾ ਇੱਥੇ ਬੁਲਾ ਰਿਹਾ ਉਹ ਵੀ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਚਾਹੀਦਾ ਹੈ, ਤੇ ਜਿਹੜਾ ਵਿਜ਼ਿਟਰ ਵੀਜ਼ੇ ਤੇ ਇੱਥੇ ਆ ਰਿਹਾ ਉਹਦੀ ਵੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਜਿਹੜੀ ਹੈ ਸਟਰੋਂਗ ਹੋਣੀ ਚਾਹੀਦੀ ਹੈ। ਜੀ ਹੁਣ ਅਸੀਂ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਸਟੂਡੈਂਟਸ ਦੇ ਬਹੁਤ ਜ਼ਿਆਦਾ ਕੁਐਸਚਨਸ ਨੇ, ਖਾਸ ਕਰ ਪੈਂਡੈਮਿਕ ਦੀ ਸਿਚੁਏਸ਼ਨ ਦੇ ਵਿੱਚ। ਇੰਡੀਆ ਦੇ ਵਿੱਚ ਨਵੰਬਰ ਤੋਂ ਜਿਹੜੇ ਬਾਇਓਮੈਟ੍ਰਿਕਸ ਨੇ ਉਹ ਖੁੱਲ ਗਏ ਨੇ, ਪਰ ਅਪਾਇੰਟਮੈਂਟ ਸਿਸਟਮ ਹੈ ਉੱਥੇ, ਤੇ ਇਸ ਦੀ ਵਜ੍ਹਾ ਨਾਲ ਕਈ ਸਟੂਡੈਂਟਸ ਨੂੰ ਅਜੇ ਤੱਕ ਜਿਹੜੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਹੈ ਉਹ ਨਹੀਂ ਮਿਲ ਰਹੀ। ਸੋ ਉਸ ਬਾਰੇ ਸਾਨੂੰ ਦੱਸੋ। ਜੀ ਬੜਾ ਵਧੀਆ ਕੁਐਸਚਨ ਤੁਸੀਂ ਪੁੱਛਿਆ ਇਸ ਟਾਈਮ ਤੇ। ਲਾਈਕ ਹੁਣ ਜਿਸ ਤਰ੍ਹਾਂ ਕਿ ਡਿਊ ਟੂ ਕੋਵਿਡ ਪਹਿਲਾਂ ਤਾਂ ਬਾਇਓਮੈਟ੍ਰਿਕ ਦੀਆਂ ਸਰਵਿਸਿਜ਼ ਜਿਹੜੀਆਂ ਫॉर द ਟਾਈਮ ਬੀਇੰਗ ਨਹੀਂ ਅਵੇਲੇਬਲ ਸੀ, ਬਟ ਹੁਣ ਜਿਹੜਾ ਉਹਨਾਂ ਨੇ ਥੋੜਾ ਜਿਹਾ ਚੇਂਜਸ ਕੀਤੀਆਂ ਨੇ, ਜਿਹਦੇ ਵਿੱਚ ਕਿ ਇੱਕ ਵੈਬ ਫਾਰਮ ਦੇ ਰਾਹੀਂ ਪਹਿਲਾਂ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਬੁੱਕ ਕਰਨੀ ਪੈਂਦੀ ਹੈ, ਫਿਰ ਜਿਹੜੀ ਤੁਹਾਡੀ ਡੇਟ ਦੀ ਫਰਦਰ ਕਨਫਰਮੇਸ਼ਨ ਆਉਂਦੀ ਹੈ ਸਟੂਡੈਂਟ ਨੂੰ, ਉਹਦੇ ਵਿੱਚ ਵੀ ਆਲਮੋਸਟ 1 ਵੀਕ ਤੋਂ 2 ਵੀਕਸ ਦਾ ਟਾਈਮ ਪੀਰੀਅਡ ਲੱਗ ਰਿਹਾ। ਫਿਰ ਫਰਦਰ ਜਦੋਂ ਉਹਨਾਂ ਦੀ ਬਾਇਓਮੈਟ੍ਰਿਕਸ ਹੋ ਰਹੀਆਂ ਨੇ ਉਹਦੇ ਵਿੱਚ ਵੀ ਫਰਦਰ ਉਹਨਾਂ ਨੂੰ ਸਮਟਾਈਮਸ ਲੇਟ ਮਤਲਬ ਡੇਟਸ ਮਿਲ ਰਹੀਆਂ ਨੇ, ਜਿਹਦੇ ਵਿੱਚ ਕਿ ਡਿਲੇ ਹੋ ਰਹੇ ਨੇ। ਕਿਉਂਕਿ ਜਨਵਰੀ ਮਿਡ ਤੋਂ ਜਾਂ ਫਸਟ ਵੀਕ ਤੋਂ ਇੱਧਰ ਜਿਹੜੇ ਨਵੇਂ ਸਮੈਸਟਰ ਦੀਆਂ ਕਲਾਸਿਸ ਨੇ ਸਟੂਡੈਂਟਸ ਦੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਨੇ, ਜਾਂ ਕਈਆਂ ਦੀਆਂ ਸ਼ਾਇਦ ਆਲਰੇਡੀ ਸ਼ੁਰੂ ਹੋ ਵੀ ਚੁੱਕੀਆਂ ਨੇ। ਉਹ ਬੱਚੇ ਇੰਡੀਆ ਦੇ ਵਿੱਚ ਬੈਠੇ ਆਨਲਾਈਨ ਸਟੱਡੀ ਕਰੀ ਜਾਣ, ਅਗਰ ਉਹਨਾਂ ਨੂੰ ਅਜੇ ਤੱਕ ਵੀ ਬਾਇਓਮੈਟ੍ਰਿਕਸ ਦੀ ਨਹੀਂ ਮਿਲੀ, ਜਾਂ ਉਹ ਕੀ ਕਰਨ, ਵੇਟ ਕਰਨ? ਦੇਖੋ, ਬਹੁਤ ਸਾਰੇ ਕਾਲਜਸ ਨੇ ਇਹ ਪ੍ਰੋਵੀਜ਼ਨ ਕੀਤੀ ਹੈ ਕਿ ਜੇ ਤੁਸੀਂ ਜਨਵਰੀ ਸੈਸ਼ਨ ਦੇ ਵਿੱਚ ਐਡਮਿਸ਼ਨ ਲਿੱਤੀ ਹੈ, ਤੇ ਬਹੁਤ ਸਾਰੇ ਸਟੂਡੈਂਟਸ ਦੇ ਮਿਡ ਆਫ ਜਨਵਰੀ ਤੋਂ ਜਿਹੜੇ ਸੈਸ਼ਨ ਉਹ ਸਟਾਰਟ ਹੋ ਚੁੱਕੇ ਨੇ। ਸੋ ਕਾਲਜਸ ਨੇ ਇਹ ਪ੍ਰੋਵੀਜ਼ਨ ਕੀਤੀ ਹੈ ਕਿ ਜੇ ਤੇ ਤੁਹਾਡੇ ਕੋਲ ਬਾਇਓਮੈਟ੍ਰਿਕਸ ਦੀ ਡੇਟ ਕਨਫਰਮ ਹੈਗੀ ਹੈ, ਤੁਹਾਨੂੰ ਪਤਾ ਹੈ ਕਿ ਤੁਹਾਡਾ ਵਿਦਿਨ 1 ਮੰਥ ਤੁਹਾਡਾ ਲਾਈਕ ਬਾਇਓਮੈਟ੍ਰਿਕਸ ਹੋ ਜਾਣਗੇ, ਤਾਂ ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਜਿਹੜੀਆਂ ਉਹ ਸਟਾਰਟ ਕਰ ਸਕਦੇ ਹੋ। ਕਿਉਂਕਿ ਜਦੋਂ ਬਾਇਓਮੈਟ੍ਰਿਕਸ ਤੋਂ ਬਾਅਦ ਆਲਮੋਸਟ ਜਿਹੜੀ ਇਮੀਗ੍ਰੇਸ਼ਨ ਹੈ ਉਹ 2 to 3 ਵੀਕਸ ਦਾ ਟਾਈਮ ਪੀਰੀਅਡ ਲੈਂਦੀ ਹੈ ਤੁਹਾਡੀ ਡਿਸੀਜਨ ਦੇ ਉੱਤੇ। ਤੇ ਜੇ ਤੁਸੀਂ ਸੇਫ ਹੋ, ਤੁਸੀਂ ਐਸਟੀਐਸ ਕਾਲਜਸ ਦੀਆਂ ਸਾਰੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰ ਰਹੇ ਹੋ, ਤੇ ਤੁਸੀਂ ਆਨਲਾਈਨ ਕਲਾਸਿਸ ਲਗਾ ਸਕਦੇ ਹੋ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਕਾਲਜ ਨੂੰ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੋ, ਸਟੂਡੈਂਟਸ ਕੰਟੈਕਟ ਕਰ ਸਕਦੇ ਹੋ, ਬਿਕੋਜ਼ ਕਾਲਜਸ ਦੀ ਮੋਸਟ ਆਫ ਦੀ ਇਨਫੋਰਮੇਸ਼ਨ ਜਿਹੜੀ ਹੈ ਆਨਲਾਈਨ ਉਹਨਾਂ ਦੀ ਆਫੀਸ਼ੀਅਲ ਵੈਬਸਾਈਟਸ ਤੋਂ ਲਿੱਤੀ ਜਾ ਸਕਦੀ ਹੈ। ਕਾਲਜਸ ਦੇ ਨਾਲ ਸਟੂਡੈਂਟਸ ਡਾਇਰੈਕਟਲੀ ਕਮਿਊਨੀਕੇਟ ਕਰ ਸਕਦੇ ਨੇ, ਬਟ ਅਗਰ ਸੇਫ ਸਾਈਡ ਤੇ ਲੈ ਕੇ ਚੱਲਣਾ ਚਾਹੇ ਤੇ ਸਟੂਡੈਂਟਸ ਆਪਣਾ ਸੈਸ਼ਨ ਜਿਹੜਾ ਹੈ ਉਹ ਜਨਵਰੀ ਤੋਂ ਮਈ ਦੇ ਵਿੱਚ ਡੈਫਰ ਵੀ ਕਰਵਾ ਸਕਦੇ ਨੇ। ਬਟ ਉਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਸਟੂਡੈਂਟ ਨੂੰ ਜਦੋਂ ਉਹ ਆਪਣਾ ਸੈਸ਼ਨ ਡੈਫਰ ਕਰਵਾਉਂਦੇ ਆ ਤੇ ਉਹਨਾਂ ਨੂੰ ਆਪਣੀ ਨਿਊ ਜਿਹੜੀ ਲੈਟਰ ਆਫ ਅਸੈਪਟੈਂਸ ਹੈ ਉਹ ਵੈਬ ਫਾਰਮ ਦੇ ਰਾਹੀਂ ਇਮੀਗ੍ਰੇਸ਼ਨ ਨੂੰ ਆਪਣੇ ਜਿਹੜਾ ਉਹਨਾਂ ਨੇ ਆਪਣਾ GSA ਅਕਾਊਂਟ ਕ੍ਰੀਏਟ ਕੀਤਾ ਉਹਦੇ ਵਿੱਚ ਉਹਨਾਂ ਨੂੰ ਉਹ ਅਪਡੇਟ ਕਰਨੀ ਪਏਗੀ ਉਹਦੀ ਇਨਫੋਰਮੇਸ਼ਨ। ਜੀ, ਤੇ ਹਰਮੀਤ ਜੀ, ਅਗਰ ਸਕਾਈਬੀਟ ਇਮੀਗ੍ਰੇਸ਼ਨ ਨੂੰ ਕਿਸੇ ਨੇ ਸੰਪਰਕ ਕਰਨਾ ਹੋਵੇ ਤੇ ਕੰਟੈਕਟ ਨੰਬਰਸ ਕੀ ਨੇ ਤੁਹਾਡੇ? ਯੈਸ, ਅਗਰ ਤੁਸੀਂ ਸਾਨੂੰ ਸਕਾਈਬੀਟ ਇਮੀਗ੍ਰੇਸ਼ਨ ਸਰਵਿਸਿਜ਼ ਤੇ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ at 4169973031 ਦੇ ਉੱਤੇ, ਔਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ skybitimmigration.com ਤੇ ਜਾ ਕੇ ਵੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਜੀ, ਤੇ ਇਨ ਪਰਸਨ ਵੀ ਤੁਸੀਂ ਕੰਸਲਟੇਸ਼ਨ ਦੇ ਰਹੇ ਹੋ ਜਾਂ ਕਰੋਨਾ ਕਰਕੇ ਸਾਰਾ ਕੁਝ ਆਨਲਾਈਨ ਹੈ? ਨਹੀਂ, ਅਸੀਂ ਅਪਾਇੰਟਮੈਂਟ ਦੇ ਨਾਲ ਇਨ ਪਰਸਨ ਵੀਕ ਜਿਹੜੀ ਕੰਸਲਟੇਸ਼ਨ ਉਹ ਦੇ ਰਹੇ ਹਾਂ। ਸੋ ਬੈਟਰ ਹੈ ਕਿ ਤੁਸੀਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਕੇ ਫਿਰ ਹੀ ਸਾਨੂੰ ਕੰਟੈਕਟ ਕਰੋ। ਜੀ, ਲੋਕੇਸ਼ਨ ਕਿੱਥੇ ਹੈ ਤੁਹਾਡੀ? ਸਾਡੀ ਲੋਕੇਸ਼ਨ 에ਅਰਪੋਰਟ ਐਂਡ ਡਰਿਊ ਰੋਡ ਦੇ ਉੱਤੇ ਹੈ। ਸੋ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਅਗਰ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ, ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਵਿਦ ਅਪਾਇੰਟਮੈਂਟ, ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਪਾਇੰਟਮੈਂਟ ਬੁੱਕ ਕਰਨ ਦੇ ਲਈ 4169973031 ਤੇ। ਜੀ, ਤੇ ਹੁਣ ਆਪਾਂ ਗੱਲ ਕਰਦੇ ਹਾਂ ਪੈਰੈਂਟਸ ਦੀ। ਬਹੁਤ ਸਾਰੇ ਇੱਥੇ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਜਿਹੜੇ ਪੈਰੈਂਟਸ ਵੀ ਨੇ, ਉਹਨਾਂ ਦੇ ਬੱਚੇ ਇੰਡੀਆ ਦੇ ਵਿੱਚ ਨੇ। ਸੋ ਉਹ ਕਿਹੜੇ ਸਟੇਟਸ ਤੇ ਹੋਣ, ਮਤਲਬ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ, ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਕੋਲ ਇੱਥੇ ਬੁਲਾ ਸਕਣ? ਜੀ, ਤੁਸੀਂ ਇੱਕ ਕੁਐਸਚਨ ਬੜਾ ਵਧੀਆ ਹੈ। ਲਾਈਕ ਕਾਫੀ ਸਾਰੇ ਸਟੂਡੈਂਟਸ ਦੀ ਸਾਨੂੰ ਇਨਕੁਆਇਰੀ ਹੈ ਜਿਹੜੇ ਇੱਥੇ ਮੈਰਿਡ ਨੇ, ਜਿਨ੍ਹਾਂ ਦੇ ਬੱਚੇ ਉੱਥੇ ਇੰਡੀਆ ਦੇ ਵਿੱਚ ਨੇ, ਡਿਪੈਂਡੈਂਟ ਨੇ, ਐਂਡ ਉਹ ਖੁਦ ਇੱਥੇ ਸਟੱਡੀ ਵੀਜ਼ਾ ਤੇ ਨੇ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨੇ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਵੀ ਸਬਮਿਟ ਕਰ ਸਕਦੇ ਹੋ। ਸੋ ਬਿਲੋ 14 ਐਂਡ 79 ਇਅਰਸ ਤੋਂ ਅਗਰ ਤੁਹਾਡੀ ਅਬਵ ਏਜ ਹੈ ਤਾਂ ਤੁਹਾਨੂੰ ਬਾਇਓਮੈਟ੍ਰਿਕਸ ਦੀ ਵੀ ਰਿਕੁਆਇਰਮੈਂਟ ਨਹੀਂ ਹੈ। ਸੋ ਅਗਰ ਤੁਹਾਡੇ ਬੱਚੇ 14 ਇਅਰਸ ਤੋਂ ਬਿਲੋ ਹੈ ਤਾਂ ਤੁਸੀਂ ਵਿਦਆਊਟ
ਬਾਇਓਮੈਟ੍ਰਿਕਸ ਉਹਨਾਂ ਦੀ ਐਪਲੀਕੇਸ਼ਨ ਤੇ ਡਿਸੀਜਨ ਵੀ ਆ ਜਾਂਦੇ ਨੇ। ਸੋ ਅਸੀਂ ਰੀਸੈਂਟਲੀ ਇਦਾਂ ਦੀ ਐਪਲੀਕੇਸ਼ਨ ਸਬਮਿਟ ਕਰਕੇ ਅਪਰੂਵਲਸ ਵੀ ਲਿੱਤੇ ਨੇ। ਬਟ ਇੱਕ ਚੀਜ਼ ਦਾ ਖਿਆਲ ਰੱਖਣਾ ਪਏਗਾ ਕਿ ਤੁਸੀਂ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ, ਤੁਹਾਡੀ ਐਪਲੀਕੇਸ਼ਨ ਤੇ ਡਿਸੀਜਨ ਵੀ ਆਏਗਾ, ਪੋਜ਼ਿਟਿਵ ਡਿਸੀਜਨ ਵੀ ਆ ਸਕਦਾ ਹੈ। ਬਟ ਜਦੋਂ ਤੁਸੀਂ ਟਰੈਵਲ ਕਰਨਾ ਹੈ ਤੇ ਤੁਹਾਨੂੰ ਟਰੈਵਲ ਰਿਸਟ੍ਰਿਕਸ਼ਨਸ ਜੋ ਵੀ ਨੇ ਉਹਨਾਂ ਨੂੰ ਫੋਲੋ ਕਰਦਿਆਂ ਹੋਇਆਂ ਹੀ ਵਿਦ ਆਥੋਰਾਈਜੇਸ਼ਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਕੇ ਹੀ ਉਹ ਟਰੈਵਲ ਕਰ ਸਕਦੇ ਨੇ ਕੈਨੇਡਾ ਦੇ ਵਿੱਚ। ਪੈਂਡੈਮਿਕ ਦੇ ਕਰਕੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੇ, ਸੋ ਉਹਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਤੇ ਆਪਾਂ ਹਰਮੀਤ ਜੀ ਬਾਕੀ ਪ੍ਰੋਗਰਾਮ ਦੇ ਵਿੱਚ ਵੀ ਹੋਰ ਬਹੁਤ ਸਾਰੇ ਇੰਪੋਰਟੈਂਟ ਕੁਐਸਚਨਸ ਪੁੱਛਣੇ ਨੇ ਜਿਹੜੇ ਸ਼ਾਇਦ ਦੇਖਣ ਵਾਲਿਆਂ ਦੇ ਮਨ ਦੇ ਵਿੱਚ ਵੀ ਹੋਣਗੇ, ਪਰ ਲੈਂਦੇ ਆ ਇੱਥੇ ਨਿੱਕਾ ਜਿਹਾ ਬ੍ਰੇਕ। ਮਿਲਦੇ ਆ ਜੀ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਮੁੜ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਸਕਾਈ ਬੀਟ ਇਮੀਗ੍ਰੇਸ਼ਨ ਤੋਂ ਹਰਮੀਤ ਬਮਰਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਬਹੁਤ ਸਾਰੇ ਅਹਿਮ ਪ੍ਰਸ਼ਨ ਜਿਹੜੇ ਨੇ ਸ਼ਾਇਦ ਤੁਹਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੋਣਗੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਕਿਉਂਕਿ ਪੈਂਡੈਮਿਕ ਚੱਲ ਰਿਹਾ ਹੈ, ਜਿਹੜੇ ਗਵਰਨਮੈਂਟ ਦੇ ਰੂਲਸ ਨੇ ਉਹ ਸਮੇਂ-ਸਮੇਂ ਤੇ ਅਪਡੇਟ ਹੋ ਰਹੇ ਨੇ। ਸੋ ਉਹ ਅਸੀਂ ਟਰਾਈ ਕਰ ਰਹੇ ਹਾਂ ਕਿ ਸਾਰੇ ਕੁਐਸਚਨਸ ਦਾ ਆਨਸਰ ਹਰਮੀਤ ਜੀ ਪ੍ਰੋਗਰਾਮ ਦੇ ਵਿੱਚ ਕਰਨ। ਤੇ ਹਰਮੀਤ ਜੀ ਪਹਿਲਾਂ ਆਪਾਂ ਗੱਲ ਕੀਤੀ ਕਿ ਅਗਰ ਕੈਨੇਡਾ ਦੇ ਬਾਹਰੋਂ ਕਿਸੇ ਸਟੂਡੈਂਟ ਨੇ ਕੈਨੇਡਾ ਦੇ ਵਿੱਚ ਆਉਣਾ ਹੈ ਤੇ ਕਿਹੜੇ-ਕਿਹੜੇ ਰੂਲਸ ਨੇ। ਹੁਣ ਅਗਰ ਕੋਈ ਬੱਚਾ ਇੱਥੇ ਰਹਿ ਰਿਹਾ ਹੈ, ਉਹਨੂੰ ਲੱਗਦਾ ਹੈ ਕਿ ਮੈਂ ਕਿਸੇ ਪਰਪਸ ਦੇ ਲਈ ਜਾਂ ਪੈਰੈਂਟਸ ਨੂੰ ਮਿਲਣ ਦੇ ਲਈ ਜਾਂ ਕਿਸੇ ਵੀ ਮਕਸਦ ਦੇ ਲਈ ਮੈਂ ਇੰਡੀਆ ਜਾਣਾ ਚਾਹੁੰਦਾ, ਸੋ ਉਹ ਬੱਚਿਆਂ ਦੇ ਲਈ ਕਿਹੜੇ-ਕਿਹੜੇ ਜਿਹੜੇ ਪ੍ਰੀਕਾਸ਼ਨਰੀ ਮੈਜਰਸ ਨੇ ਸਰਕਾਰ ਨੇ ਲਏ ਨੇ ਜਾਂ ਕਿਹੜੇ-ਕਿਹੜੇ ਪ੍ਰੋਬਲਮਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ? ਜੀ ਦੇਖੋ, ਪਹਿਲਾਂ ਤਾਂ ਮੇਰਾ ਇੱਕ ਪਰਸਨਲ ਓਪੀਨੀਅਨ ਹੈ ਕਿ ਅਗਰ ਕੋਈ ਸਟੂਡੈਂਟ ਹੈ ਇੱਥੇ ਐਂਡ ਡਿਊਰਿੰਗ देयर ਸਟੱਡੀ, ਬਿਕੋਜ਼ ਇਸ ਟਾਈਮ ਦੇ ਉੱਤੇ ਉਹਨਾਂ ਦੀਆਂ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ ਤੇ ਕਾਫੀ ਸਾਰੇ ਸਟੂਡੈਂਟ ਸਾਨੂੰ ਪੁੱਛਦੇ ਅਸੀਂ ਇੰਡੀਆ ਟਰੈਵਲ ਕਰਨਾ ਚਾਹੁੰਦੇ ਹਾਂ। ਸੇਮ ਲਾਈਕ ਅਗਰ ਤੁਸੀਂ ਵਰਕ ਪਰਮਿਟ ਤੇ ਵੀ ਹੋ ਇੱਥੇ ਐਂਡ ਇੰਡੀਆ ਟਰੈਵਲ ਕਰਨਾ ਚਾਹੁੰਦੇ ਹੋ ਜਾਂ ਆਊਟ ਆਫ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਤਾਂ ਜਿੰਨਾ ਵੀ ਜ਼ਿਆਦਾ ਹੋ ਸਕਦਾ ਇਸ ਚੀਜ਼ ਨੂੰ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਤੁਸੀਂ ਅਵੋਇਡ ਕਰੋ। ਐਂਡ ਦੂਸਰਾ, ਅਗਰ ਤੁਹਾਡਾ ਟਰੈਵਲ ਅਸੈਂਸ਼ੀਅਲ ਹੈ, ਤੁਹਾਨੂੰ ਜਾਣਾ ਜ਼ਿਆਦਾ ਜ਼ਰੂਰੀ ਹੈ, ਤਾਂ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣ ਕਿ ਜਿਹੜੇ ਤਾਂ ਸਟੂਡੈਂਟਸ ਨੇ ਉਹ ਆਪਣੇ ਕਾਲਜ ਤੋਂ ਇੱਕ ਲੈਟਰ ਜਿਹੜੀ ਆ ਉਹ ਲੈ ਕੇ ਜਾਣ ਕਿ ਜਿਹਦੇ ਵਿੱਚ ਹੋਵੇ ਕਿ ਉਹਨਾਂ ਦੀ ਕਲਾਸਿਸ ਜਿਹੜੀਆਂ ਨੇ ਉਹਨਾਂ ਦੀ ਵਾਪਸੀ ਦੇ ਉੱਤੇ ਇਨ ਪਰਸਨ ਜਿਹੜੀਆਂ ਨੇ ਉਹ ਬਾਅਦ ਵਿੱਚ ਸਟਾਰਟ ਹੋਣ ਜਾ ਰਹੀਆਂ ਨੇ। ਐਂਡ ਤਾਂ ਉਹਨਾਂ ਦਾ ਕਾਲਜ ਵੀ ਜਿਹੜਾ DLI ਹੈ ਉਹ ਵੀ ਅਪਰੂਵਡ ਜਿਹੜੇ ਕੋਵਿਡ ਰੈਡੀਨੈਸ ਪਲਾਨ ਵਾਲੇ DLIs ਦੀ ਲਿਸਟ ਵਿੱਚ ਵੀ ਹੋਣਾ ਚਾਹੀਦਾ ਹੈ। ਵਾਪਸੀ ਤੇ ਉਹਨਾਂ ਦੇ ਕੋਲ 14 ਡੇਜ਼ ਦਾ ਜਿਹੜਾ ਕੁਆਰੰਟਾਈਨ ਪਲਾਨ ਹੈ ਉਹ ਵੀ ਹੋਣਾ ਚਾਹੀਦਾ ਹੈ। ਸੋ ਇਹਨਾਂ ਚੀਜ਼ਾਂ ਦਾ ਉਹ ਅਗਰ ਧਿਆਨ ਰੱਖਦੇ ਆ ਤੇ ਉਹ ਟਰੈਵਲ ਕਰ ਸਕਦੇ ਆ। ਐਂਡ ਅਗਰ ਕੋਈ ਵਰਕ ਪਰਮਿਟ ਤੇ ਟਰੈਵਲ ਕਰਨਾ ਚਾਹੁੰਦਾ ਹੈ ਆਊਟ ਆਫ ਕੈਨੇਡਾ ਤੇ ਉਹਦੇ ਕੋਲ ਆਪਣੀ ਜੌਬ ਲੈਟਰ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਮੈਂਸ਼ਨ ਹੋਵੇ ਕਿ ਉਹ ਅਸੈਂਸ਼ੀਅਲ ਵਰਕ 'ਚ ਕੰਮ ਕਰ ਰਿਹਾ ਹੈ ਐਂਡ ਉਹਦਾ ਵਾਪਸ ਆ ਕੇ ਆਪਣਾ ਵਰਕ ਰਿਜ਼ਿਊਮ ਕਰਨਾ ਜਿਹੜਾ ਹੈ ਉਹ ਅਸੈਂਸ਼ੀਅਲ ਵਰਕ ਦੇ ਕਰਕੇ ਜ਼ਰੂਰੀ ਹੈ। ਜੀ, ਤੇ ਹਰਮੀਤ ਜੀ ਬਹੁਤ ਸਾਰੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਸ ਟਾਈਮ, ਅਸੀਂ ਓਨਟਾਰੀਓ ਦੀ ਗੱਲ ਕਰੀਏ, ਟੋਰਾਂਟੋ ਦੀ ਗੱਲ ਕਰੀਏ, ਪਰ ਸਕਾਈ ਬੀਟ ਇਮੀਗ੍ਰੇਸ਼ਨ ਜਿਹੜੇ ਹੈ ਇਹਨਾਂ ਦੇ ਵਿੱਚ ਕੀ ਖਾਸ ਹੈ, ਕੀ ਕੁਆਲਿਟੀ ਤੁਸੀਂ ਆਪਣੇ ਕਲਾਇੰਟਸ ਨੂੰ ਦੇ ਰਹੇ ਹੋ ਕਿ ਸਾਰੇ ਸਕਾਈ ਬੀਟ ਇਮੀਗ੍ਰੇਸ਼ਨ ਦੇ ਕੋਲ ਆਉਣ ਕੰਸਲਟੇਸ਼ਨ ਲੈਣ? ਦੇਖੋ, ਸਕਾਈ ਬੀਟ ਇਮੀਗ੍ਰੇਸ਼ਨ ਸਰਵਿਸਿਜ਼ ਤੇ ਅਸੀਂ ਕਮਿਟਡ ਹੈਗੇ ਆ ਕਿ ਅਸੀਂ ਤੁਹਾਨੂੰ ਕੁਆਲਿਟੀ ਆਫ ਵਰਕ ਜਿਹੜਾ ਹੈ ਉਹ ਪ੍ਰੋਵਾਈਡ ਕਰਾਂਗੇ। ਬਿਕੋਜ਼ ਸਾਡੀ ਪ੍ਰਾਇੋਰਟੀ ਜਿਹੜੀ ਹੈ ਕਿ ਉਹ ਅਸੀਂ ਕਲਾਇੰਟ ਨੂੰ ਪਹਿਲਾਂ ਡਿਟੇਲ ਦੇ ਵਿੱਚ ਅਸੈਸ ਕਰਦੇ ਹਾਂ, ਫਿਰ ਉਹਨੂੰ ਪ੍ਰੋਪਰ ਕੰਸਲਟੇਸ਼ਨ ਦਿੰਦੇ ਹਾਂ ਔਰ ਅਗਰ ਉਹਦੀ ਐਲੀਜੀਬਿਲਿਟੀਜ਼ ਬਣਦੀਆਂ ਹੈ ਤੇ ਫਰਦਰ ਅਸੀਂ ਤਾਂ ਹੀ ਉਹਦੀ ਫਾਈਲ ਜਿਹੜੀ ਹੈ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹਾਂ। ਐਂਡ ਸੈਕਿੰਡ ਜਿਹੜਾ ਸਾਡਾ ਕੁਆਲਿਟੀ ਵਿੱਚ ਆਉਂਦਾ ਹੈ ਉਹ ਇਹ ਹੈ ਕਿ ਮੈਂ ਪਰਸਨਲੀ ਕੰਸਲਟ ਕਰਦੀ ਹਾਂ ਐਂਡ ਜਦੋਂ ਫਾਈਲ ਸਬਮਿਟ ਕਰਨੀ ਹੁੰਦੀ ਹੈ ਤਾਂ ਉਹਦੀ ਪ੍ਰੂਫ ਰੀਡ ਕਰਨ ਤੋਂ ਬਾਅਦ ਜਦੋਂ ਮੈਨੂੰ ਸੈਟੀਸਫੈਕਸ਼ਨ ਹੁੰਦੀ ਹੈ ਕਿ ਹਾਂ ਉਹ ਕੈਟੇਗਰੀ ਦੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰ ਰਿਹਾ, ਉਹਦੇ ਸਾਰੇ ਡਾਕੂਮੈਂਟਸ ਜਿਹੜੇ ਅਸੀਂ ਪ੍ਰੋਪਰਲੀ ਫਾਈਲ ਕੀਤੇ ਹੋਏ ਨੇ ਐਂਡ ਤਾਂ ਹੀ ਉਹਦੀਆਂ ਫਾਈਲ ਨੂੰ ਆਪਾਂ ਸਬਮਿਟ ਕਰਦੇ ਹਾਂ। ਹਾਂਜੀ ਨਵਦੀਪ ਜੀ, ਮੈਂ ਇੱਥੇ ਇੱਕ ਹੋਰ ਐਡੀਸ਼ਨ ਕਰਨਾ ਚਾਹੁੰਦੀ ਹਾਂ ਕਿ ਹੁਣ 7th of January ਤੋਂ ਚਾਹੇ ਤੁਸੀਂ ਕੈਨੇਡੀਅਨ ਸਿਟੀਜ਼ਨ ਵੀ ਹੋ ਔਰ ਕੈਨੇਡਾ ਤੋਂ ਬਾਹਰ ਟਰੈਵਲ ਕਰ ਰਹੇ ਹੋ ਤੇ ਤੁਹਾਡੇ ਕੋਲ ਰਿਟਰਨ ਦੇ ਉੱਤੇ ਕੋਵਿਡ ਦਾ ਜਿਹੜਾ ਹੈ ਨੈਗੇਟਿਵ ਟੈਸਟ ਰਿਪੋਰਟ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਜਿਹੜਾ ਉਹ ਵਾਪਸ ਆ ਸਕੋਗੇ। ਸੋ ਇਹ ਇੱਕ ਉਹਨਾਂ ਨੇ ਅਸੈਂਸ਼ੀਅਲ ਕੀਤਾ ਹੈ। ਤੇ ਕੈਨੇਡਾ ਦੇ ਵਿੱਚ ਐਂਟਰੀ ਦੇ ਲਈ ਇਹ ਵੀ ਇੱਕ ਕੰਪਲਸ਼ਨ ਜਾਂ ਕਹਿ ਲਈਏ ਮੈਂਡੇਟਰੀ ਇੱਕ ਹੋ ਚੁੱਕਾ ਹੈ। ਕੋਰੋਨਾ ਵਾਇਰਸ ਦੀ ਜਿਹੜੀ ਨੈਗੇਟਿਵ ਰਿਪੋਰਟ ਹੈ ਤੁਹਾਡੇ ਕੋਲ ਜ਼ਰੂਰ ਉਹ ਹੋਣੀ ਚਾਹੀਦੀ ਹੈ ਅਗਰ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਸਟੇਟਸ ਵਾਲੇ ਹੋ ਐਂਟਰ ਕਰ ਰਹੇ ਹੋ ਤਾਂ। ਤੇ ਸਕਾਈ ਬੀਟ ਇਮੀਗ੍ਰੇਸ਼ਨ ਨੂੰ ਆਪਾਂ ਕੰਟੈਕਟ ਕਿਸ ਤਰ੍ਹਾਂ ਦੇ ਨਾਲ ਕਰ ਸਕਦੇ ਹਾਂ? ਜੀ, ਅਗਰ ਤੁਸੀਂ ਸਕਾਈ ਬੀਟ ਇਮੀਗ੍ਰੇਸ਼ਨ ਸਰਵਿਸਿਜ਼ ਤੇ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ at 4169973031 ਤੇ। ਇਹ ਨੰਬਰ WhatsApp ਤੇ ਵੀ ਵਰਕ ਕਰਦਾ ਹੈ ਔਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਸਾਡਾ ਆਫਿਸ 에ਅਰਪੋਰਟ ਐਂਡ ਡਰਿਊ ਦੀ ਇੰਟਰਸੈਕਸ਼ਨ ਦੇ ਉੱਪਰ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਹੈ। ਤੁਸੀਂ ਸਾਡੇ ਆਫਿਸ 'ਚ ਵੀ ਵਿਦ ਅਪਾਇੰਟਮੈਂਟ ਵਿਜ਼ਿਟ ਕਰ ਸਕਦੇ ਹੋ। ਜੀ, ਤੇ ਹੁਣ ਆਪਾਂ ਨੋਮੀਨੀ ਪ੍ਰੋਗਰਾਮ ਜਿਹੜਾ ਹੈ OINP ਜਿਹੜਾ ਓਨਟਾਰੀਓਜ਼ ਇਮੀਗ੍ਰੈਂਟਸ ਨੋਮੀਨੀ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਕੁਝ ਅਪਡੇਟਸ ਨੇ, ਉਸ ਬਾਰੇ ਸਾਨੂੰ ਦੱਸੋ।
हाँ जी, जिस तरह के ਅੰਟੈਰੀਓ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ ਦੇ ਅੰਡਰ ਆਪਾਂ ਡਿਫਰੈਂਟ ਕੈਟਾਗਰੀਜ਼ ਦੇ ਅੰਡਰ ਐਪਲੀਕੇਸ਼ਨ ਸਬਮਿਟ ਕਰਦੇ ਹਾਂ ਵਿਦ ਜੌਬ ਆਫਰ ਵੀ ਕੁਝ ਕੈਟਾਗਰੀਜ਼ ਨੇ ਐਂਡ ਜਿਸ ਤਰ੍ਹਾਂ ਮਾਸਟਰ ਗ੍ਰੈਜੂਏਟ ਸਟਰੀਮ ਹੈ ਜਾਂ ਫਿਰ PhD ਗ੍ਰੈਜੂਏਟ ਸਟਰੀਮ ਹੈ ਇਹਨਾਂ ਵਿੱਚ ਕੁਝ ਚੇਂਜਸ ਆਉਣੀਆਂ ਸੀਗੀਆਂ ਜਿਹੜੀਆਂ ਪ੍ਰਪੋਜ਼ਡ ਅਮੈਂਡਮੈਂਟ ਸੀ ਕਿ ਲਾਸਟ ਈਅਰ ਅਕਤੂਬਰ ਤੱਕ ਪਬਲਿਕ ਓਪੀਨੀਅਨ ਉਹਨਾਂ ਨੇ ਰਿਸੀਵ ਕਰਨਾ ਸੀ ਤੇ ਹੁਣ ਉਹਨਾਂ ਨੇ ਇਸ ਕੈਟਾਗਰੀ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਫਸਟ ਕਮ ਫਸਟ ਸਰਵ ਬੇਸ ਸੀ ਕਿ ਇਹ ਕੁਝ ਟਾਈਮ ਦੇ ਲਈ ਖੁੱਲਦਾ ਸੀ ਜਿਸ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਸਟਰੀਮ ਸੀ ਉਹ ਕੁਝ ਟਾਈਮ ਪੀਰੀਅਡ ਦੇ ਲਈ ਖੁੱਲਦੀ ਸੀ ਐਂਡ ਵਿਦ ਇਨ ਫਿਊ ਮਿੰਟਸ ਹੀ ਇਹ ਹੈਕ ਹੋ ਜਾਂਦੀ ਸੀ ਕਿ ਜਿਹੜੇ ਕੈਂਡੀਡੇਟਸ ਆਪਣੀ ਐਪਲੀਕੇਸ਼ਨ ਸਬਮਿਟ ਕਰ ਲੈਂਦੇ ਸੀ ਉਹਨਾਂ ਦੀਆਂ ਐਪਲੀਕੇਸ਼ਨਸ ਲੇਟਰ ਔਨ ਸਿਲੈਕਟ ਹੋ ਜਾਂਦੀਆਂ ਸੀ ਇਨਵੀਟੇਸ਼ਨਸ ਆ ਜਾਂਦੇ ਸੀ ਉਹਨਾਂ ਨੂੰ ਐਂਡ ਕੁਝ ਐਲੀਜੀਬਲ ਕੈਂਡੀਡੇਟਸ ਜਿਹੜੇ ਸੀ ਉਹ ਫਿਰ ਰਹਿ ਜਾਂਦੇ ਸੀ ਡਿਜ਼ਰਵਿੰਗ ਐਂਡ ਐਲੀਜੀਬਲ ਕੈਂਡੀਡੇਟਸ ਹੁਣ ਉਹਦੇ ਵਿੱਚ ਉਹਨਾਂ ਨੇ ਚੇਂਜਸ ਕਰਨੀਆਂ ਨੇ ਜਿਹੜੀਆਂ ਵਿਦ ਇਨ ਫਿਊ ਮੰਥਸ ਸਾਨੂੰ ਅਪਡੇਸ਼ਨਸ ਮਿਲਣਗੀਆਂ ਸੋ ਉਹਦੇ ਵਿੱਚ ਪਹਿਲਾਂ ਕੈਂਡੀਡੇਟਸ ਜਿਹੜੇ ਨੇ ਆਪਣਾ ਇੱਕ ਪੋਰਟਲ ਕ੍ਰੀਏਟ ਕਰਨਗੇ ਉਹ ਪ੍ਰੋਫਾਈਲ ਕ੍ਰੀਏਟ ਕਰਨਗੇ ਫਿਰ ਉਹ ਸਕੋਰ ਬੇਸ ਹੋਏਗਾ ਹਾਈ ਸਕੋਰਿੰਗ ਕੈਂਡੀਡੇਟਸ ਨੂੰ ਇਨਵੀਟੇਸ਼ਨਸ ਆਣਗੇ ਤੇ ਉਹਦੇ ਬੇਸ ਤੇ ਉਹ ਆਪਣੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਸਬਮਿਟ ਕਰਨਗੇ ਸੋ ਲਾਸਟ ਈਅਰ ਦਾ ਜਿਹੜਾ ਕੋਟਾ ਸੀਗਾ ਆਲਮੋਸਟ ਡਿਫਰੈਂਟ ਕੈਟਾਗਰੀਜ਼ ਇੰਟੀਰੀਅਰ ਦੀਆਂ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਆਲਮੋਸਟ 8500 ਤੋਂ ਅਬਵ ਜਿਹੜੇ ਨੋਮੀਨੇਸ਼ਨਸ ਇਸ਼ੂ ਕੀਤੇ ਗਏ ਆ ਸੋ ਇਸ ਸਾਲ ਦੀਆਂ ਜਿਹੜੀਆਂ ਅਪਡੇਸ਼ਨਸ ਨੇ ਹੁਣ ਵਿਦਿਨ ਫਿਊ ਵੀਕਸ ਸਾਨੂੰ ਦੇਖਣ ਨੂੰ ਮਿਲਣਗੀਆਂ ਜੀ ਤੇ ਹੁਣ ਅਸੀਂ ਵਿਜ਼ਿਟਰ ਵੀਜ਼ਾ ਦੀ ਜੇ ਗੱਲ ਕਰੀਏ ਅਗਰ ਕੋਈ ਨਵਾਂ ਇਮੀਗ੍ਰੈਂਟ ਇੱਥੇ ਆਇਆ ਹੈ PR ਬੇਸਿਸ ਤੇ ਖਾਸ ਕਰ ਆਇਆ ਹੈ ਤੇ ਉਹ ਆਪਣੇ ਕਿਸੇ ਸਿਬਲਿੰਗ ਨੂੰ ਕਿਤੇ ਭੈਣ ਭਰਾ ਨੂੰ ਵੀ ਸਪਾਂਸਰ ਕਰ ਸਕਦਾ ਹੈ ਇੱਥੇ ਉਹਦੀਆਂ ਕੀ ਕੰਡੀਸ਼ਨਸ ਨੇ ਦੇਖੋ ਜੇ ਤੁਸੀਂ ਜਿਹੜਾ ਇੱਥੇ ਨਵਾਂ ਕੋਈ ਇਮੀਗ੍ਰੈਂਟ ਵੀ ਆਇਆ ਹੈ ਅਗਰ ਉਹਦਾ ਪਰਮਾਨੈਂਟ ਰੈਜ਼ੀਡੈਂਸੀ ਦਾ ਸਟੇਟਸ ਹੈ ਤਾਂ ਉਹ ਨੋ ਡਾਊਟ ਆਪਣੇ ਅਗਰ ਸਿਬਲਿੰਗ ਨੂੰ ਇੱਥੇ ਬੁਲਾਉਣਾ ਚਾਹੁੰਦਾ ਹੈ ਤਾਂ ਐਜ਼ ਅ ਵਿਜ਼ਿਟਰ ਵੀ ਬੁਲਾ ਸਕਦਾ ਹੈ ਔਰ ਅਗਰ ਕੋਈ ਇੱਥੇ ਪਰਮਾਨੈਂਟ ਰੈਜ਼ੀਡੈਂਟ ਅਲੋਨ ਹੈ ਕਿਸੇ ਕਾਮਨ ਲਾ ਰਿਲੇਸ਼ਨਸ਼ਿਪ 'ਚ ਨਹੀਂ ਹੈ ਸਿੰਗਲ ਹੈ ਮੈਰਿਡ ਨਹੀਂ ਹੈ ਐਂਡ ਉਹਦਾ ਕੋਈ ਅਦਰ ਹੋਰ ਫੈਮਿਲੀ ਮੈਂਬਰ ਇੱਥੇ ਕੈਨੇਡਾ ਦੇ ਵਿੱਚ ਨਹੀਂ ਰਹਿੰਦਾ ਤਾਂ ਉਹ ਕਿਸੇ ਵਨ ਫੈਮਿਲੀ ਮੈਂਬਰ ਨੂੰ ਇੰਡੀਆ ਤੋਂ ਸਪਾਂਸਰ ਕਰ ਸਕਦਾ ਹੈ ਜਿਹਦੇ ਵਿੱਚ ਕਿ ਉਹ ਜਿਹੜਾ ਇੰਡੀਆ ਤੋਂ ਫੈਮਿਲੀ ਮੈਂਬਰ ਦੀ ਐਪਲੀਕੇਸ਼ਨ ਸਪਾਂਸਰਸ਼ਿਪ ਦੀ ਹੋਏਗੀ ਉਹਦੇ ਵਿੱਚ ਉਹਦੇ ਡਿਪੈਂਡੈਂਟਸ ਵੀ ਜਿਹੜੇ ਉਹਦੀ ਐਪਲੀਕੇਸ਼ਨ 'ਚ ਇਨਕਲੂਡ ਕਰ ਲਿੱਤੇ ਜਾਣਗੇ ਜੀ ਤੇ ਅਗਰ ਜਿਹੜੇ ਬੰਦੇ ਨੂੰ ਆਪਾਂ ਬੁਲਾ ਰਹੇ ਹਾਂ ਉਹ ਡਿਪੈਂਡੈਂਟ ਨਹੀਂ ਹੈ ਉੱਥੇ ਵੈਲ ਸੈਟਲਡ ਹੈ ਅਰਨਿੰਗ ਹੈ ਤਾਂ ਉਸ ਕੇਸ ਦੇ ਵਿੱਚ ਵੀ ਅਸੀਂ ਉਹਨੂੰ ਸਪਾਂਸਰ ਕਰ ਸਕਦੇ ਹਾਂ ਅਸੀਂ ਅਦਰ ਫੈਮਿਲੀ ਮੈਂਬਰ ਦੇ ਵਿੱਚ ਉਹਦਾ ਕੋਈ ਵੀ ਫਸਟ ਲਾਈਕ ਬ੍ਰਦਰ ਸਿਸਟਰ ਵੀ ਆ ਸਕਦਾ ਹੈ ਜਿਹੜਾ ਇੰਡੀਆ ਦੇ ਵਿੱਚ ਹੈ ਜੇ ਇੱਥੇ ਅਲੋਨ ਹੈ ਤੇ ਉਹਦੇ ਵਿੱਚ ਕੋਈ ਉਹਦਾ ਕਜ਼ਨ ਵੀ ਆ ਸਕਦਾ ਹੈ ਜੇ ਬ੍ਰਦਰ ਨਹੀਂ ਹੋਗਾ ਫਿਰ ਉਹਦਾ ਕਜ਼ਨ ਵੀ ਆ ਸਕੇਗਾ ਉਹਨੂੰ ਸਪਾਂਸਰ ਕਰ ਸਕਦੇ ਹਨ ਜੀ ਤੇ ਹੁਣ ਅਸੀਂ ਜਾਣ ਤੋਂ ਪਹਿਲਾਂ ਇੱਕ ਵਾਰੀ ਸਪਾਊਸਲ ਵੀਜ਼ਾ ਜਿਹੜਾ ਹੈ ਉਹ ਟੌਪਿਕ ਜ਼ਰੂਰ ਟੱਚ ਕਰਕੇ ਜਾਵਾਂਗੇ ਸੋ ਜਿਹੜੇ ਸਪਾਊਸ ਵੀਜ਼ਾਸ ਨੇ ਉਹਦੇ ਵਿੱਚ ਵੀ ਕੁਝ ਲੇਟੈਸਟ ਅਪਡੇਟ ਹੈ ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਅਗਰ ਕਿਸੇ ਨੇ ਸਪਾਊਸਲ ਵੀਜ਼ਾ ਦੇ ਲਈ ਅਪਲਾਈ ਕਰਨਾ ਹੈ ਦੇਖੋ ਸਪਾਊਸਲ ਵੀਜ਼ਾ ਦੀਆਂ ਐਪਲੀਕੇਸ਼ਨ ਦੇ ਵਿੱਚ ਲਾਈਕ ਆਪਾਂ ਨੂੰ ਨਵੰਬਰ ਦੇ ਵਿੱਚ ਜੋ ਅਪਡੇਸ਼ਨਸ ਦੇਖਣ ਨੂੰ ਮਿਲੀਆਂ ਕਿ ਇਮੀਗ੍ਰੇਸ਼ਨ ਨੇ ਗਵਰਨਮੈਂਟ ਆਫ ਕੈਨੇਡਾ ਨੇ ਇਹ ਅਨਾਉਂਸ ਕੀਤਾ ਸੀਗਾ ਕਿ ਵਿਦ ਇਨ 2 ਮੰਥਸ ਉਹ ਆਲਮੋਸਟ 6000 ਐਪਲੀਕੇਸ਼ਨਸ ਜਿਹੜੀਆਂ ਈਚ ਮੰਥ ਦੇ ਅਕੋਰਡਿੰਗ ਉਹ ਅਸੈਸ ਕਰਨਗੇ ਜੀ ਕਾਫੀ ਐਪਲੀਕੇਸ਼ਨਸ ਅਸੀਂ ਵੀ ਸਬਮਿਟ ਕੀਤੀਆਂ ਹੋਈਆਂ ਨੇ ਸਟਿਲ ਉਹਨਾਂ ਦੀ ਪ੍ਰੋਸੈਸਿੰਗ ਅਜੇ ਚੱਲ ਰਹੀ ਹੈ ਫਾਸਟ ਟਰੈਕ ਉਹਨਾਂ ਨੇ ਪ੍ਰੋਸੈਸ ਕਾਫੀ ਕੀਤਾ ਹੋਇਆ ਬਟ ਸਟਿਲ ਵੀ ਆਰ ਵੇਟਿੰਗ ਫॉर द ਡਿਸੀਜਨਸ ਅਦਰਵਾਈਜ਼ ਆਪਾਂ ਅਗਰ ਵਰਕ ਪਰਮਿਟ ਤੇ ਵੀ ਸਪੋਜ਼ਲ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਵੀ ਸਬਮਿਟ ਕਰਨੀਆਂ ਤਾਂ ਐਪਲੀਕੇਸ਼ਨਸ ਆਪਾਂ ਸਬਮਿਟ ਕਰ ਸਕਦੇ ਹਾਂ ਬਟ ਸਟਿਲ ਅਗਰ ਇੰਡੀਆ ਦੇ ਵਿੱਚ ਜਦੋਂ ਬਾਇਓਮੈਟ੍ਰਿਕਸ ਦੀਆਂ ਸਰਵਿਸਿਜ਼ ਉਹਨਾਂ ਕੈਟਾਗਰੀਜ਼ ਲਈ ਵੀ ਓਪਨ ਹੋਣਗੀਆਂ ਤੇ ਉਦੋਂ ਉਹਨਾਂ ਦੇ ਉੱਤੇ ਡਿਸੀਜਨਸ ਆਉਣਗੀਆਂ ਬਟ ਜਿਹੜੀਆਂ ਡਿਸੀਜਨਸ ਆ ਰਹੀਆਂ ਨੇ ਉਹ ਜਾਂ ਤਾਂ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਤੇ ਆ ਰਹੀਆਂ ਨੇ ਜਿਨ੍ਹਾਂ ਨੇ ਕਿ ਹੁਣ ਬਾਇਓਮੈਟ੍ਰਿਕਸ ਪ੍ਰੋਵਾਈਡ ਕਰ ਦਿੱਤੇ ਨੇ ਜਾਂ ਫਿਰ ਜਿਹੜਾ ਜਿਨ੍ਹਾਂ ਨੇ ਆਪਣੀ ਫੈਮਿਲੀ ਕਲਾਸ ਦੇ ਅੰਡਰ ਸਪਾਊਸਲ ਸਪਾਂਸਰਸ਼ਿਪ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਐਪਲੀਕੇਸ਼ਨ ਸਬਮਿਟ ਕੀਤੀਆਂ ਨੇ ਉਹ ਆਪਣੇ ਬਾਇਓਮੈਟ੍ਰਿਕਸ ਪ੍ਰੋਵਾਈਡ ਕਰਨਗੇ ਤੇ ਉਹਨਾਂ ਦੇ ਉੱਪਰ ਡਿਸੀਜਨਸ ਆਉਣਗੀਆਂ ਇਸ ਤੋਂ ਇਲਾਵਾ ਅਗਰ ਇਨ ਪਾਸਟ ਉਹਨਾਂ ਨੇ ਪਹਿਲਾਂ ਕੋਈ ਐਪਲੀਕੇਸ਼ਨ ਲਗਾਈ ਸੀ ਪ੍ਰੀਵੀਅਸ ਦੇ ਵਿੱਚ ਬਾਇਓਮੈਟ੍ਰਿਕਸ ਪ੍ਰੋਵਾਈਡ ਕੀਤੇ ਸੀ ਚਾਹੇ ਉਹਦੇ ਤੇ ਰਿਫਿਊਜ਼ਲ ਵੀ ਸੀ ਹੁਣ ਫਿਰ ਫਰਦਰ ਆਪਣੀ ਐਪਲੀਕੇਸ਼ਨ ਸਬਮਿਟ ਕਰਦੇ ਆ ਤੇ ਡੈਫੀਨਿਟਲੀ ਉਹਦੇ ਉੱਪਰ ਡਿਸੀਜਨਸ ਆਉਣਗੇ ਜੀ ਤੇ ਜਿਵੇਂ ਇੰਡੀਆ ਦੇ ਵਿੱਚ ਬਾਇਓਮੈਟ੍ਰਿਕਸ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ ਨਵੰਬਰ ਦੇ ਵਿੱਚ ਖੁੱਲੇ ਨੇ ਉਹ ਵੀ ਉਹਨਾਂ ਦੀ ਪ੍ਰਾਇੋਰਟੀ ਹੈ ਸਟੂਡੈਂਟਸ ਨੂੰ ਪਹਿਲਾਂ ਅਪਾਇੰਟਮੈਂਟਸ ਦੇ ਕੇ ਉਹਨਾਂ ਨੂੰ ਇੱਧਰ ਲੈ ਕੇ ਆਉਣਾ ਤੇ ਇਸ ਚੱਕਰ ਦੇ ਵਿੱਚ ਜਿਹੜੇ ਨਵੇਂ ਵਿਜ਼ਿਟਰਸ ਨੇ ਜਿਨ੍ਹਾਂ ਨੇ ਫਰਸਟ ਟਾਈਮ ਕੈਨੇਡਾ ਦਾ ਵੀਜ਼ਾ ਲਵਾਉਣਾ ਹੈ ਉਹਨਾਂ ਦਾ ਚਾਂਸ ਕੀ ਹੈ ਦੇਖੋ ਪਹਿਲੇ ਤੇ ਜੋ ਸਿਚੁਏਸ਼ਨ ਹੈ ਕੋਵਿਡ ਦੀ ਜੋ ਸਿਚੁਏਸ਼ਨ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਸਾਨੂੰ ਨੋ ਡਾਊਟ ਕਾਫੀ ਇਨਕੁਆਇਰੀ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹਾਂ ਐਜ਼ ਅ ਵਿਜ਼ਿਟਰ ਆਉਣਾ ਚਾਹੁੰਦੇ ਹਾਂ ਸਾਡੇ ਕੋਈ ਫਰਦਰ ਫੈਮਿਲੀ ਮੈਂਬਰਸ ਵੀ ਨਹੀਂ ਹੈ ਜਾਂ ਫਰੈਂਡ ਰਿਲੇਟਿਵਸ ਵੀ ਨਹੀਂ ਹੈ ਉਸ ਕੇਸ ਦੇ ਵਿੱਚ ਅਜੇ ਟੂਰਿਜ਼ਮ ਦੇ ਲਈ ਬਿਕਾਜ਼ ਵਿਦ ਇਨ ਕੈਨੇਡਾ ਵੀ ਰਿਸਟ੍ਰਿਕਸ਼ਨਸ ਨੇ ਟਰੈਵਲ ਦੀਆਂ ਸੋ ਆਪਾਂ ਰਿਕਮੈਂਡ ਨਹੀਂ ਕਰਦੇ ਕਿ ਤੁਸੀਂ ਟੂਰਿਜ਼ਮ ਦੇ ਲਈ ਅਜੇ ਆਪਣੀ ਐਪਲੀਕੇਸ਼ਨ ਸਬਮਿਟ ਕਰੋ ਨੋ ਡਾਊਟ ਆਨਲਾਈਨ ਐਪਲੀਕੇਸ਼ਨ ਤਾਂ ਸਬਮਿਟ ਹੋ ਜਾਊਗੀ ਠੀਕ ਹੈ ਬਟ
ਆਫੀਸਰ ਨੇ ਜਦੋਂ ਤੁਹਾਡੀ ਐਪਲੀਕੇਸ਼ਨ ਐਨਾਲਾਈਜ਼ ਕਰਨੀ ਹੈ ਕਿ ਇਹਨਾਂ ਦਾ ਰੀਜ਼ਨ ਨਹੀਂ ਅਸੈਂਸ਼ੀਅਲ ਹੈਗਾ, ਇਹਨਾਂ ਦਾ ਪਰਪਸ ਜਿਹੜਾ ਹੈ ਉਹ ਐਟ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਮੈਚ ਨਹੀਂ ਕਰ ਰਿਹਾ, ਤਾਂ ਉਹਦੀਆਂ ਐਪਲੀਕੇਸ਼ਨ ਦੇ ਉੱਪਰ ਪੋਜ਼ਿਟਿਵ ਡਿਸੀਜਨ ਦੇ ਚਾਂਸਸ ਜਿਹੜੇ ਆ ਉਹ ਕਾਫੀ ਘੱਟ ਹੋਣਗੇ। ਬਟ ਸਟਿਲ ਅਸੀਂ ਐਟ ਪ੍ਰੈਜ਼ੈਂਟ ਸਿਚੁਏਸ਼ਨ ਵੀ ਵਿਜ਼ਿਟਰ ਦੀਆਂ ਐਪਲੀਕੇਸ਼ਨਸ, ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਪੇਰੈਂਟਸ ਅਗਰ ਹੈਗੇ ਉਹ ਆਪਣੇ ਬੱਚਿਆਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਆ, ਜਾਂ ਸਟਿਲ ਬੱਚੇ ਇੱਥੇ ਹੈਗੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ, ਕਿਸੇ ਨੇ ਕਿਸੇ ਅਸੈਂਸ਼ੀਅਲ ਪਰਪਸ ਦੇ ਲਈ ਜਾਂ ਹਿਊਮੈਨਿਟੇਰੀਅਨ ਕਿਸੇ ਗਰਾਊਂਡ ਦੇ ਉੱਤੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਹੈ, ਤਾਂ ਉਹ ਇੱਥੇ ਤੁਹਾਡੇ ਕੋਲ ਐਪਲੀਕੇਸ਼ਨ ਸਬਮਿਟ ਕਰ ਸਕਦੇ ਆ। ਜੀ ਹਰਮੀਤ ਜੀ, ਇਨ ਲਿਮਿਟਿਡ ਟਾਈਮ ਦੇ ਵਿੱਚ ਵੀ ਤੁਸੀਂ ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਸਾਰੇ ਹੀ ਦੇਖਣ ਵਾਲਿਆਂ ਨੂੰ ਦਿੱਤੀ। ਬਹੁਤ ਬਹੁਤ ਸ਼ੁਕਰੀਆ ਸਟੂਡੀਓ ਵਿੱਚ ਆਉਣ ਲਈ ਤੇ ਇੰਨੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਵੈਰੀ ਮਚ। ਇਹ ਸੀਗੇ ਜੀ ਹਰਮੀਤ ਬਮਰਾ ਜੀ, ਸਕਾਈ ਬੀਟ ਇਮੀਗ੍ਰੇਸ਼ਨ ਤੋਂ। ਇਹਨਾਂ ਨੇ ਬਹੁਤ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਇਸੇ ਤਰ੍ਹਾਂ ਦੇ ਨਾਲ ਕੁਝ ਨਵੀਆਂ ਅਪਡੇਟਸ ਦੇ ਨਾਲ ਅਗਲੀ ਵਾਰੀ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਦੇਖਦੇ ਰਹੋ, ਤਦ ਤੱਕ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।